ਜਦੋਂ ਅਸੀਂ ਪੰਜਾਬੀ ਯੂਨੀਵਰਸਿਟੀ ਦੀ ਗੱਲ ਕੀਤੀ, ਭਾਸ਼ਾ ਦੇ ਆਧਾਰ ਤੇ ਯੂਨੀਵਰਸਿਟੀ ਬਣੀ ਹੈ, ਭਾਸ਼ਾ ਵਿਭਾਗ ਉੱਥੇ ਬਣਿਆ ਹੋਇਆ ਤੇ ਉਹ ਠੱਪ ਪਿਆ ਹਾਲ। ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਵਿੱਚ ਆ ਕੇ ਉਹਨਾਂ ਦਾ ਹੁਕਮ ਚੰਦ ਰਾਜਪਾਲ ਬੰਦਾ, ਉਹ ਆ ਕੇ ਬੋਲ ਕੇ ਗਿਆ ਵੀ ਆਖੇ ਪੰਜਾਬੀ ਗਵਾਰਾਂ ਦੀ ਭਾਸ਼ਾ ਵਾ, ਹਿੰਦੀ ਹੀ ਸੱਭਿਅਕ ਲੋਕਾਂ ਦੀ ਭਾਸ਼ਾ। ਹਿੰਦੀ ਨੂੰ ਵਧਾਉਣਾ ਵੀ ਉਸੇ ਤਰ੍ਹਾਂ ਇੱਕ ਕਦਮ ਹੈ, ਇੱਕ ਅਸਿੱਧਾ ਤਰੀਕਾ ਹੈ ਲੋਕਾਂ ਦੀਆਂ ਮਾਂ ਬੋਲੀਆਂ ਨੂੰ ਉਹਨਾਂ ਦੇ ਹੀ ਹੱਥੋਂ ਖੋਹ ਲੈਣ ਦਾ। ਕਿਤੇ ਵੀ ਆਪਣਾ ਇਹ ਏਜੰਡਾ ਲਾਗੂ ਕਰਨ ਦੀ ਇਹ ਕੋਸ਼ਿਸ਼ ਕਰਨਗੇ ਤਾਂ ਉਹਦਾ ਵਿਰੋਧ ਨਿਕਲੂਗਾ। ਤਮਿਲਾਂ ਦੇ ਵਿੱਚ ਜਾ ਕੇ ਤੁਸੀਂ ਦੇਖੋ ਤਾਂ ਹਿੰਦੀ ਵੀ ਨਹੀਂ ਬੋਲੀ ਜਾਂਦੀ ਹੈਗੀ। ਤੁਸੀਂ ਕਿਵੇਂ ਸੋਚ ਲਓਗੇ ਵੀ ਉੱਥੇ ਸਾਊਥ ਇੰਡੀਆ ਦੇ ਵਿੱਚ ਜਾ ਕੇ, ਦੱਖਣ ਭਾਰਤ ਦੇ ਵਿੱਚ ਜਾ ਕੇ ਤੁਸੀਂ ਹਿੰਦੀ ਨੂੰ ਲਾਗੂ ਕਰਾ ਲਓਗੇ? ਪੁਲਿਸ, ਫੌਜ, ਡੰਡਾ ਜੋ ਮਰਜ਼ੀ ਚਲਾ ਲੈਣ, ਪਰ ਆਖਰਕਾਰ ਇਨਸਾਨ ਨੇ ਜਿਨ੍ਹਾਂ ਨੇ ਸੋਚਣਾ, ਜਿਨ੍ਹਾਂ ਨੇ ਬੋਲਣਾ, ਉਹ ਇਨਸਾਨਾਂ ਨੇ ਵਿਰੋਧ ਕਰਨਾ ਹੀ ਜ਼ਰੂਰ ਹੈ। ਇਸ ਕਰਕੇ ਵੀ ਪਿਛਲੇ ਸਮਿਆਂ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਆ ਜਿਹੜੀ ਉਹ 350 ਕਰੋੜ ਰੁਪਏ ਦੇ ਘਾਟੇ ਦੇ ਵਿੱਚ ਚੱਲ ਰਹੀ ਆ। ਕਿਉਂ ਆ ਘਾਟੇ ਦੇ ਵਿੱਚ? ਕਿਉਂਕਿ ਸਰਕਾਰ ਵੱਲੋਂ ਫੰਡ ਨਹੀਂ ਜਾਰੀ ਹੋ ਰਹੇ। 75 ਤੋਂ ਪਹਿਲਾਂ ਇਹ ਸੂਬਿਆਂ ਦਾ ਸਬਜੈਕਟ ਹੁੰਦੀ ਸੀ, ਫਿਰ ਇੰਦਰਾ ਗਾਂਧੀ ਨੇ ਚੱਕ ਕੇ ਇਹ ਕੇਂਦਰ ਦੇ ਹੱਥ 'ਚ ਲੈ ਲਈ ਸਿੱਖਿਆ ਸਾਰੀ। ਖਜ਼ਾਨੇ ਦੇਸ਼ ਦੇ ਸਾਰੀਆਂ ਜੋ ਵੀ ਸੰਸਥਾਵਾਂ ਉਹ ਨਿੱਜੀ ਹੱਥਾਂ ਦੇ ਵਿੱਚ, ਇਹ ਵੀ ਉਸੇ ਪਾਲਿਸੀ ਤਹਿਤ ਹੈ। ਇਹ ਨਵੀਂ ਸਿੱਖਿਆ ਨੀਤੀ ਲੈ ਕੇ ਆਈ ਹੈ ਕੇਂਦਰ ਸਰਕਾਰ। ਉਸ ਸਿੱਖਿਆ ਨੀਤੀ ਦੇ ਸਿਰਫ 3 ਟੀਚੇ ਨੇ ਵੀ ਸਾਰੇ ਜਿੰਨੀਆਂ ਵਿਦਿਅਕ ਅਦਾਰੇ ਨੇ ਉਹਨਾਂ ਦਾ ਕੇਂਦਰੀਕਰਨ ਕੀਤਾ ਜਾਵੇ, ਭਗਵਾਂਕਰਨ ਕੀਤਾ ਜਾਵੇ, ਭਗਵੀਂ ਸਿਆਸਤ ਜਿਹੜੀ ਉਹ ਵਿਦਿਆਰਥੀਆਂ, ਯੂਨੀਵਰਸਿਟੀਆਂ, ਕਾਲਜਾਂ 'ਚ ਫੈਲਾਈ ਜਾਵੇ। ਅਸੀਂ ਇਹ ਨਹੀਂ ਕਹਿ ਰਹੇ ਵੀ ਇਕੱਲੀ ਕੇਂਦਰ ਦੀ ਭਾਜਪਾ ਸਰਕਾਰ ਨਿੱਜੀਕਰਨ ਦੇ ਉੱਤੇ ਤੁਰੀ ਹੋਈ ਹੈ। ਪੰਜਾਬ ਸਰਕਾਰ ਨੇ ਸਾਰੇ ਕਿਤੇ ਇਹੀ ਕੁਛ ਸ਼ੁਰੂ ਕੀਤਾ ਹੋਇਆ। ਇਸ ਵੇਲੇ ਤਾਂ ਹਾਲ ਇਹ ਹੈ ਨਾ ਵੀ ਸਰਕਾਰ ਨੇ ਹਰ ਚੀਜ਼ ਹੀ, ਹਰ ਤੰਤਰ ਹੀ ਆਪਦੇ ਹੱਥ ਦੇ ਵਿੱਚ ਕੀਤਾ ਹੋਇਆ। ਲਗਾਤਾਰ ਜਿਹੜੀ ਹੈ ਮਹਿੰਗਾਈ ਵੱਧਦੀ ਜਾ ਰਹੀ ਹੈ, ਲੋਕਾਂ ਦੀ ਹਾਲਤ ਖਰਾਬ ਹੁੰਦੀ ਜਾ ਰਹੀ ਹੈ। ਹੁਣੇ ਪਿਛਲੇ 1 ਸਾਲ ਦੇ ਵਿੱਚ ਕਰੋਨਾ ਦਾ ਬੋਲ ਕੇ 1.5 ਲੱਖ ਕਰੋੜ ਰੁਪਈਆ ਜਿਹੜਾ ਉਹਦੀ ਰਿਆਇਤ ਦਿੱਤੀ ਗਈ ਹੈ ਵੱਡੀਆਂ ਜਿਹੜੇ ਕਾਰਪੋਰੇਟ ਨੇ। ਪਿਛਲੇ ਸਮਿਆਂ ਦੇ ਵਿੱਚ ਨੌਕਰੀਆਂ ਕਿੰਨੀਆਂ ਦੀਆਂ ਗਈਆਂ? ਜਿਨ੍ਹਾਂ ਦੀਆਂ ਨੌਕਰੀਆਂ ਪੱਕੀਆਂ ਸੀ ਕੱਚਿਆਂ ਤੇ ਆਏ ਆ, ਕੱਚਿਆਂ ਵਾਲੇ ਖਤਮ ਹੋ ਚੁੱਕੇ ਨੇ। ਸਾਲ ਪਹਿਲਾਂ ਪੈਟਰੋਲ ਦੇ ਉੱਤੇ ਟੈਕਸ ਦੀ ਕਮਾਈ ਪੌਣੇ 2 ਲੱਖ ਕਰੋੜ ਸੀ, ਇਸ ਸਾਲ ਉਹ 3.5 ਲੱਖ ਕਰੋੜ ਰੁਪਏ। ਕੇਂਦਰ ਸਰਕਾਰ ਭਾਵੇਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੇ ਆਪਦੀ ਇੱਕ ਦੇ ਰਾਗ ਨੂੰ ਅਲਾਪ ਕੇ, ਪਰ ਲੋਕਾਂ ਵਿੱਚੋਂ ਵਿਰੋਧ ਜ਼ਰੂਰ ਉਦੋਂ ਉੱਠ ਰਿਹਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕ ਆਵਾਜ਼ ਟੀਵੀ ਤੇ ਮੈਂ ਮਨਿੰਦਰਜੀਤ ਸਿੱਧੂ। ਦੋਸਤੋ, ਪੰਜਾਬ ਦੀਆਂ ਜੋ ਯੂਨੀਵਰਸਿਟੀਆਂ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ, ਦੋਨੋਂ ਯੂਨੀਵਰਸਿਟੀਆਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਲੰਮੇ ਸਮੇਂ ਤੋਂ ਕੁਝ ਰੌਲੇ ਚੱਲ ਰਹੇ ਆ। ਪੰਜਾਬ ਯੂਨੀਵਰਸਿਟੀ ਦਾ ਚੱਲਦਾ ਸੀ ਸੈਨੇਟ ਦੀਆਂ ਚੋਣਾਂ ਜੋ ਕਿ ਹੁਣ ਹੋ ਚੁੱਕੀਆਂ, ਤੇ ਕੁਝ ਹੋਰ ਮਸਲੇ ਵੀ ਹੈ ਜਿਹਦੇ ਵਿੱਚ ਕਿਹਾ ਜਾਂਦਾ ਕਿ ਪੰਜਾਬੀਆਂ ਨੂੰ ਦੂਰ ਕੀਤਾ ਜਾ ਰਿਹਾ ਹੈ ਨੌਕਰੀਆਂ ਦੇ ਵਿੱਚੋਂ ਵੀ, ਹੋਰ ਕੋਟਿਆਂ ਦੇ ਵਿੱਚੋਂ ਵੀ। ਤਾਂ ਦੂਜੀ ਯੂਨੀਵਰਸਿਟੀ ਹੈ ਪੰਜਾਬੀ ਯੂਨੀਵਰਸਿਟੀ, ਜਿਹੜੀ ਦੁਨੀਆ ਦੀ ਦੂਜੀ ਯੂਨੀਵਰਸਿਟੀ ਹੈ ਜਿਹੜੀ ਭਾਸ਼ਾ ਦੇ ਆਧਾਰ ਤੇ ਹੈ, ਪੰਜਾਬੀ ਭਾਸ਼ਾ। ਤੇ ਪੰਜਾਬੀ ਯੂਨੀਵਰਸਿਟੀ ਦਾ ਨਾਮ ਦੁਨੀਆ ਦੇ ਵਿੱਚ ਸਿਰਫ 2 ਹੀ ਯੂਨੀਵਰਸਿਟੀਆਂ ਹੈ, ਜੇ ਇੱਕ ਪੰਜਾਬੀ ਯੂਨੀਵਰਸਿਟੀ ਸਾਡੇ ਪੰਜਾਬ ਦੇ ਹਿੱਸੇ ਆਈ ਹੈ। ਤਾਂ ਉਹ ਯੂਨੀਵਰਸਿਟੀ ਇਸ ਵਕਤ ਲੜ ਰਹੀ ਹੈ, ਜੂਝ ਰਹੀ ਹੈ ਫੰਡ ਨੂੰ ਲੈ ਕੇ, ਪੈਸਿਆਂ ਨੂੰ ਲੈ ਕੇ। ਇੰਨੀ ਤਰਾਸਦੀ, ਇੰਨਾ ਬੁਰਾ ਹਾਲ ਆ ਉਸ ਯੂਨੀਵਰਸਿਟੀ ਦਾ ਕਿ ਉਸ ਕੋਲ ਆਪਣੇ ਅਧਿਆਪਕਾਂ ਨੂੰ ਦੇਣ ਲਈ ਤਨਖਾਹਾਂ ਨਹੀਂ, ਆਪਣੇ ਕਾਲਜ ਜਿਹੜੇ ਚਲਾਉਣ ਲਈ ਹੈ ਪੈਸੇ ਨਹੀਂ ਹੈ। ਕੀ ਕਾਰਨ ਰਿਹਾ? ਕਿ ਸਾਡੀਆਂ ਸਰਕਾਰਾਂ ਦੀ ਨਲਾਇਕੀ ਹੈ ਜਾਂ ਕੁਝ ਹੋਰ ਕਾਰਨ ਹੈ ਇਹਦੇ ਪਿੱਛੇ, ਜਾਂ ਸੈਂਟਰ ਦੀ ਚਾਲ ਹੈ ਕਿ ਜਿਵੇਂ ਪਿਛਲੇ ਲੰਮੇ ਸਮੇਂ ਤੋਂ ਦੇਖ ਰਹੇ ਹਾਂ ਕਿ ਸੈਂਟਰ ਯੂਨੀਵਰਸਿਟੀਆਂ ਨੂੰ ਆਪਣੇ ਹੱਥ ਦੇ ਵਿੱਚ ਲੈਣ ਲਈ, ਸਰਾਜਾਂ ਤੋਂ ਖੋਹਣ ਦੇ ਲਈ ਵੱਖੋ ਵੱਖਰੀਆਂ ਚਾਲਾਂ ਚੱਲ ਰਿਹਾ ਹੈ। ਉਹ ਹੈ ਇਹ ਸਭ ਵਿਸ਼ੇ 'ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਅਮਨ ਨੇ, ਲਲਕਾਰ ਵਾਲੇ, ਜਿਨ੍ਹਾਂ ਦਾ ਤੁਸੀਂ ਆਮ ਹੀ ਦੇਖਦੇ ਹੋ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਭੈਣ ਜੀ, ਸਵਾਗਤ ਹੈ ਤੁਹਾਡਾ। ਬਹੁਤ ਧੰਨਵਾਦ ਜੀ। ਭੈਣ ਜੀ, ਜਿਹੜਾ ਸਭ ਤੋਂ ਪਹਿਲਾਂ ਦੱਸੋ, ਪੰਜਾਬੀ ਯੂਨੀਵਰਸਿਟੀ ਜਿਹੜਾ ਧਰਨਾ ਚੱਲ ਰਿਹਾ ਉਹਦਾ ਕੀ ਕਾਰਨ ਹੈ? ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੱਕਾ ਧਰਨਾ ਇੱਕ ਸ਼ੁਰੂ ਹੋਇਆ, ਅੱਜ 11ਵਾਂ ਦਿਨ ਹੋ ਚੁੱਕਿਆ ਉਸ ਧਰਨੇ ਦਾ। ਤੇ ਉਹਦੀ ਅਸਲ ਮੰਗ ਇਹੀ ਹੈ ਵੀ ਪਿਛਲੇ ਸਮਿਆਂ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਆ ਜਿਹੜੀ ਉਹ 350 ਕਰੋੜ ਰੁਪਏ ਦੇ ਘਾਟੇ ਦੇ ਵਿੱਚ ਚੱਲ ਰਹੀ ਆ। ਉਹਦੀ ਮੁੱਖ ਗੱਲ ਮਤਲਬ ਕਿਉਂ ਆ ਘਾਟੇ ਦੇ ਵਿੱਚ? ਕਿਉਂਕਿ ਸਰਕਾਰ ਵੱਲੋਂ ਫੰਡ ਨਹੀਂ ਜਾਰੀ ਹੋ ਰਹੇ। ਤੇ ਇਸ ਵੇਲੇ 350 ਕਰੋੜ ਰੁਪਏ ਦੇ ਘਾਟੇ ਨੂੰ ਪੂਰਾ ਕਰਨ ਲਈ ਜਦੋਂ ਸਰਕਾਰ ਤੋਂ ਗ੍ਰਾਂਟ ਮੰਗੀ ਜਾਂਦੀ ਆ, ਫੰਡ ਮੰਗੇ ਜਾਂਦੇ ਨੇ, ਤਾਂ ਉਸ ਵੇਲੇ ਸਰਕਾਰ ਨੇ ਆਖਿਆ ਵੀ ਜੇ ਤੁਸੀਂ ਯੂਨੀਵਰਸਿਟੀ ਆਪਦੀ ਫੀਸਾਂ ਵਧਾਊਗੀ ਤਾਂ ਸਾਡੇ ਵੱਲੋਂ ਵਿਸ਼ੇਸ਼ ਗ੍ਰਾਂਟ ਆ 90 ਕਰੋੜ ਰੁਪਏ ਦੀ ਉਹ ਜਾਰੀ ਕਰਾਂਗੇ। ਤਾਂ ਪਿਛਲੇ ਸਮਿਆਂ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਫੀਸਾਂ ਵਧਾਈਆਂ ਗਈਆਂ। ਜਿਵੇਂ ਮੰਨ ਲਓ ਕੋਈ BA ਦਾ ਕੋਰਸ ਆ ਜਿਹੜਾ ਉਹ 10-15 ਹਜ਼ਾਰ ਤੇ ਚੱਲ ਰਿਹਾ ਵਾ, ਉਹਦੀਆਂ ਫੀਸਾਂ ਵੀ ਵਧਾਈਆਂ ਗਈਆਂ। ਜਿਹੜਾ ਚੱਲ ਰਿਹਾ ਕੋਰਸ ਆ, ਕੁਛ ਨਵੇਂ ਕੋਰਸ ਇਹਨਾਂ ਵੱਲੋਂ ਲਿਆਂਦੇ ਗਏ ਜਿਨ੍ਹਾਂ ਨੂੰ ਇੰਟੀਗ੍ਰੇਟਡ ਕੋਰਸ ਕਹਿ ਰਹੇ ਨੇ, BA+ME MA BSc+MSc, ਇਹੋ ਜਿਹੇ ਕੋਰਸ ਜਿਨ੍ਹਾਂ ਦੇ ਵਿੱਚ ਪਹਿਲਾਂ ਸਿੰਗਲ ਕੋਰਸ ਆ ਜਿਹੜਾ ਉਹਦੀ ਫੀਸ ਮੰਨ ਲਓ 15,000 ਆ ਤਾਂ ਕੋਈ 30,000 ਜਾਂ 50,000 ਤੱਕ, 20,000 ਵਾਲੇ ਦੀ ਕੋਰਸ ਦੀ ਫੀਸ ਹੈ ਜਿਹੜੀ 50,000 ਕਰ ਦਿੱਤੀ ਗਈ। 2 ਤੋਂ 3 ਗੁਣਾ
ਗੁਣਾ ਤੱਕ ਵਧਾਈਆਂ ਗਈਆਂ। ਦੂਸਰਾ ਐਮਫਿਲ ਦੀਆਂ ਜਿਹੜੀਆਂ ਨੇ ਉਹ ਖਤਮ ਕੀਤੀਆਂ ਗਈਆਂ ਨੇ, ਐਮਫਿਲ ਕੋਰਸ ਹੀ ਖਤਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਹੋਰ ਵਿਦਿਆਰਥੀਆਂ ਦੀਆਂ ਉੱਥੇ ਮੰਗਾਂ ਨੇ ਵੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਫੀਸਾਂ ਨੂੰ ਲੈ ਕੇ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਵਿਦਿਆਰਥੀਆਂ ਤੇ ਬੋਝ ਕਾਹਤੋਂ ਪਾਇਆ ਜਾ ਰਿਹਾ। ਸਾਨੂੰ ਪਤਾ ਯੂਨੀਵਰਸਿਟੀ ਘਾਟੇ ਦੇ ਵਿੱਚ ਚੱਲ ਰਹੀ ਹੈ, ਪਰ ਇਹਦੇ ਲਈ ਵਿਦਿਆਰਥੀ ਜ਼ਿੰਮੇਵਾਰ ਨਹੀਂ ਤੇ ਇਹਦਾ ਕਰਜ਼ਾ ਵੀ ਵਿਦਿਆਰਥੀਆਂ ਦੇ ਸਿਰੋਂ ਨਾ ਲਾਇਆ ਜਾਵੇ, ਵਿਦਿਆਰਥੀਆਂ ਤੋਂ ਫੀਸਾਂ ਵਸੂਲ ਕੇ ਨਾ ਲਾਇਆ ਜਾਵੇ। ਇਹਨੂੰ ਲੈ ਕੇ ਉਹ 11 ਦਿਨ ਹੋ ਗਏ ਨੇ ਉਹਨਾਂ ਨੂੰ ਪੱਕਾ ਧਰਨਾ ਲਾਇਆ ਹੋਇਆ। ਦੀਵਾਲੀ ਲੰਘ ਕੇ ਗਈ ਆ, ਦੀਵਾਲੀ ਨੌਜਵਾਨਾਂ ਵਿਦਿਆਰਥੀਆਂ ਨੇ ਉੱਥੇ ਮਨਾਈ ਹੈ। ਸਾਡੇ ਉੱਥੇ ਇੱਕ ਸਾਂਝਾ ਵਿਦਿਆਰਥੀ ਮੋਰਚਾ ਬਣਿਆ ਹੋਇਆ 6 ਜਥੇਬੰਦੀਆਂ ਦਾ, ਜਿਹਦੇ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਲਲਕਾਰ ਵੀ ਉਸੇ ਸਾਂਝੇ ਫਰੰਟ ਦਾ ਜਿਹੜਾ ਹਿੱਸਾ ਹੈ। ਇਹ ਜਿਹੜੀਆਂ ਯੂਨੀਵਰਸਿਟੀਆਂ ਸਰਕਾਰੀ ਯੂਨੀਵਰਸਿਟੀਆਂ ਦੇ ਵਿੱਚ ਅਸੀਂ ਲਗਾਤਾਰ ਦੇ ਰਹੇ ਹਾਂ ਕਿ ਸਰਕਾਰ ਫੰਡ ਨਹੀਂ ਦੇ ਰਹੀ, ਉਹਨਾਂ ਨੂੰ ਕਮਜ਼ੋਰ, ਇਹ ਉਹੀ ਨੀਤੀ ਹੈ ਜਿਹੜੀ ਨੀਤੀ ਤਹਿਤ ਅਸੀਂ ਦੇਖਦੇ ਹਾਂ ਕਿ ਦੇਸ਼ ਦੇ ਸਾਰੇ ਖਜ਼ਾਨੇ, ਦੇਸ਼ ਦੇ ਸਾਰੀਆਂ ਜੋ ਵੀ ਸੰਸਥਾਵਾਂ ਹੈ ਉਹ ਨਿੱਜੀ ਹੱਥਾਂ ਦੇ ਵਿੱਚ, ਇਹ ਵੀ ਉਸੇ ਪਾਲਿਸੀ ਤਹਿਤ ਹੈ। ਬਿਲਕੁਲ। ਪਿਛਲੇ ਸਮਿਆਂ ਦੇ ਵਿੱਚ ਜਿਹੜਾ ਆਹ ਨਵੇਂ ਕੋਰਸ ਸ਼ੁਰੂ ਕਰਨ ਦੀ ਗੱਲ ਕਰ ਲਈਏ ਜਾਂ ਫਿਰ ਆਹ ਫੀਸਾਂ 'ਚ ਵਾਧੇ ਦੀ ਗੱਲ ਕਰ ਲਈਏ, ਇਹ ਨਵੀਂ ਸਿੱਖਿਆ ਨੀਤੀ ਲੈ ਕੇ ਆਈ ਹੈ ਕੇਂਦਰ ਸਰਕਾਰ 2020 ਦੇ ਵਿੱਚ। ਉਹਦੇ ਵਿੱਚ ਸ਼ਰੇਆਮ ਹੈ ਉਸ ਸਿੱਖਿਆ ਨੀਤੀ ਦੇ ਸਿਰਫ 3 ਟੀਚੇ ਨੇ ਵੀ ਸਾਰੇ ਜਿੰਨੀਆਂ ਵਿਦਿਅਕ ਅਦਾਰੇ ਨੇ ਉਹਨਾਂ ਦਾ ਕੇਂਦਰੀਕਰਨ ਕੀਤਾ ਜਾਵੇ, ਕਿਉਂਕਿ ਪਹਿਲਾਂ ਇਹ ਜਿਹੜੀ 86 ਦੀ ਪਾਲਿਸੀ 75 ਤੋਂ ਪਹਿਲਾਂ ਇਹ ਸੂਬਿਆਂ ਦਾ ਸਬਜੈਕਟ ਹੁੰਦੀ ਸੀ। ਫਿਰ ਇੰਦਰਾ ਗਾਂਧੀ ਨੇ ਚੱਕ ਕੇ ਇਹ ਕੇਂਦਰ ਦੇ ਹੱਥ 'ਚ ਲੈ ਲਈ ਸਿੱਖਿਆ ਸਾਰੀ। ਉਸ ਤੋਂ ਬਾਅਦ ਕੇਂਦਰੀਕਰਨ ਹੁਣ ਹੋਰ ਤਿੱਖਾ ਕੀਤਾ ਜਾਵੇ, ਭਗਵਾਂਕਰਨ ਕੀਤਾ ਜਾਵੇ, ਭਗਵੀਂ ਸਿਆਸਤ ਜਿਹੜੀ ਉਹ ਵਿਦਿਆਰਥੀਆਂ ਯੂਨੀਵਰਸਿਟੀਆਂ ਕਾਲਜਾਂ 'ਚ ਫੈਲਾਈ ਜਾਵੇ। ਤੀਸਰਾ ਇਹਦਾ ਹੈਗਾ ਵੀ ਨਿੱਜੀਕਰਨ ਕੀਤਾ ਜਾਵੇ, ਵੀ ਵਿੱਦਿਆ ਇੱਕ ਇਹੋ ਜਿਹਾ ਅਦਾਰਾ ਜਿੱਥੋਂ ਮੁਨਾਫੇ ਬਹੁਤ ਨਿਕਲ ਰਹੇ ਨੇ ਤੇ ਸਾਡੇ ਅਸੀਂ ਪੰਜਾਬ 'ਚ ਦੇਖ ਰਹੇ ਹਾਂ, ਭਾਵੇਂ ਉਹ ਚੰਡੀਗੜ੍ਹ ਯੂਨੀਵਰਸਿਟੀ ਘੜੂਆਂ ਵਾਲੀ ਲੈ ਲਈਏ, ਭਾਵੇਂ ਉਹ ਇੱਧਰਲੀ ਲਵਲੀ ਯੂਨੀਵਰਸਿਟੀ ਲੈ ਲਈਏ, ਚਾਹੇ ਜਿੱਥੇ ਹੋਰ ਵੱਡੀਆਂ ਪ੍ਰਾਈਵੇਟ ਚਿਤਕਾਰਾ ਯੂਨੀਵਰਸਿਟੀ, ਇਹੋ ਜਿਹੀਆਂ ਯੂਨੀਵਰਸਿਟੀਆਂ ਦੇ ਵਿੱਚ ਫੀਸਾਂ ਬਹੁਤ ਜ਼ਿਆਦਾ ਨੇ ਤੇ ਉੱਥੋਂ ਵੱਧ ਵੀ ਰਹੀਆਂ ਨੇ ਉਹ ਯੂਨੀਵਰਸਿਟੀਆਂ ਜਿਹੜੀਆਂ ਨੇ, ਕਿਉਂਕਿ ਉਹ ਮਜਬੂਰ ਕੀਤਾ ਜਾ ਰਿਹਾ। ਜਦੋਂ ਇਹੋ ਜਿਹੀਆਂ ਯੂਨੀਵਰਸਿਟੀਆਂ ਦੇ ਵਿੱਚ ਤੁਸੀਂ ਲਗਾਤਾਰ ਕੋਰਸ ਘੱਟ ਕਰੋਗੇ, ਇਹਨਾਂ ਦੀਆਂ ਫੀਸਾਂ ਵੀ ਵਧਾਈ ਜਾਓਗੇ, ਤਾਂ ਫਿਰ ਵਿਦਿਆਰਥੀ ਨੇ ਜਿਹੜੇ ਉਹ ਮਜਬੂਰਨ ਇਹੋ ਜਿਹੀਆਂ ਥਾਵਾਂ ਤੇ ਨਹੀਂ ਲੈ ਸਕਦੇ ਐਡਮਿਸ਼ਨ, ਤਾਂ ਫਿਰ ਜਾਂ ਤਾਂ ਉਹ ਬਾਹਰਲੇ ਮੁਲਕਾਂ ਨੂੰ ਭੱਜਦੇ ਨੇ ਜਾਂ ਉਹ ਦਿਹਾੜੀਆਂ ਦੱਪਿਆਂ ਤੇ ਲੱਗ ਜਾਂਦੇ ਨੇ ਜਾਂ ਕੋਈ ਹੋਰ ਰਾਹ ਲੱਭ ਲੈਂਦੇ ਨੇ। ਤਾਂ ਇਹ ਸਰਕਾਰ ਦਾ ਇੱਕ ਏਜੰਡਾ ਹੀ ਹੈ, ਪੰਜਾਬ ਸਰਕਾਰ ਵੀ ਉਹਨੂੰ ਬਖੂਬੀ ਲਾਗੂ ਕਰ ਰਹੀ ਹੈ। ਅਸੀਂ ਇਹ ਨਹੀਂ ਕਹਿ ਰਹੇ ਵੀ ਕੱਲੀ ਕੇਂਦਰ ਦੀ ਭਾਜਪਾ ਸਰਕਾਰ ਨਿੱਜੀਕਰਨ ਦੇ ਉੱਤੇ ਤੁਰੀ ਹੋਈ ਹੈ। ਪੰਜਾਬ ਸਰਕਾਰ ਨੇ ਸਾਰੇ ਕਿਤੇ ਇਹੀ ਕੁਛ ਸ਼ੁਰੂ ਕੀਤਾ ਹੋਇਆ, ਭਾਵੇਂ ਉਹ ਕਾਲਜਾਂ 'ਚ PTA ਫੰਡ ਦੀ ਗੱਲ ਕਰ ਲਓ, ਇੱਥੇ ਗੱਲ ਕਰ ਲਓ, ਇਹੀ ਕੁਛ ਸਾਰੇ ਨਜ਼ਰ ਆ ਰਿਹਾ ਜੀ। ਮੈਂ ਇਹ ਜਿਵੇਂ ਕਿਹਾ ਜਾਂਦਾ ਹੈ ਕਿ ਗੈਰ ਸਮਝੌਤੇ ਜਾਂ ਜੋ ਵੀ ਚੀਜ਼ਾਂ ਜਿਨ੍ਹਾਂ ਦੇ ਵਿੱਚ ਇਹ ਕਿਹਾ ਜਾਂਦਾ ਕਿ ਜਿੰਨਾ ਚਿਰ ਕਿਸਾਨ ਜਥੇਬੰਦੀਆਂ ਵੀ ਇਹ ਗੱਲ ਕਰਦੀਆਂ, ਸਟੂਡੈਂਟ ਜਥੇਬੰਦੀਆਂ ਵੀ ਤੁਹਾਡੀਆਂ ਇਹ ਗੱਲ ਕਰਦੀਆਂ ਕਿ ਜਿੰਨਾ ਚਿਰ ਕੋਈ ਵੀ ਸਰਕਾਰ ਹੈ, ਕੋਈ ਵੀ ਪਾਰਟੀ ਉਹ ਇਹ ਨਹੀਂ ਕਹਿੰਦੀ ਕਿ ਅਸੀਂ ਇਹਨਾਂ ਤੋਂ ਵੱਖ ਹੋ ਕੇ ਗੱਲ ਕਰਾਂਗੇ, ਉਹਨਾਂ ਚਿਰ ਮਕਸਦ ਤਾਂ ਫਿਰ ਸਾਰੀਆਂ ਦਾ ਇੱਕੋ ਹੀ ਹੋਇਆ। ਬਿਲਕੁਲ। ਮਤਲਬ ਮੁੱਖ ਗੱਲ ਇਹ ਆ ਵੀ ਜਿਹੜੇ ਮਰਜ਼ੀ ਸਮਝੌਤੇ ਹੋਣ, ਜਿਹੜੀਆਂ ਮਰਜ਼ੀ ਸਰਕਾਰਾਂ ਵੱਲੋਂ ਲਿਆਂਦੀਆਂ ਗਈਆਂ ਸਕੀਮਾਂ ਹੋਣ, ਜੋ ਮਰਜ਼ੀ ਹੋਵੇ, ਇਸ ਵੇਲੇ ਤਾਂ ਹਾਲ ਇਹ ਹੈ ਨਾ ਵੀ ਸਰਕਾਰ ਨੇ ਹਰ ਚੀਜ਼ ਹੀ, ਹਰ ਤੰਤਰ ਹੀ ਆਪਦੇ ਹੱਥ ਦੇ ਵਿੱਚ ਕੀਤਾ ਹੋਇਆ, ਤਾਂ ਉਹ ਟੇਢੇ ਸਿੱਧੇ ਤਰੀਕੇ ਦੇ ਨਾਲ ਸਿਰਫ ਆਪਣੇ ਏਜੰਡਿਆਂ ਨੂੰ ਲਾਗੂ ਕਰਨ ਲਈ ਹਰੇਕ ਪੁਰਜੇ ਨੂੰ, ਹਰੇਕ ਸਮਝੌਤਿਆਂ ਨੂੰ, ਹਰੇਕ ਪਾਲਿਸੀਆਂ ਨੂੰ ਵਰਤ ਰਹੀ ਹੈ। ਭਾਵੇਂ ਉਹ ਪਿਛਲੇ ਸਮਿਆਂ ਦੇ ਵਿੱਚ ਗੱਲ ਕਰਕੇ ਦੇਖ ਲਓ ਵੀ ਮੋਦੀ ਸਰਕਾਰ ਜਿੱਥੇ ਇੱਕ ਪਾਸੇ ਭਾਵੇਂ ਉਹ ਸਿੱਖਿਆ ਦਾ ਬਜਟ ਲਗਾਤਾਰ ਘਟਦਾ ਜਾ ਰਿਹਾ, ਲਗਾਤਾਰ ਜਿਹੜੀ ਹੈ ਮਹਿੰਗਾਈ ਵੱਧਦੀ ਜਾ ਰਹੀ ਹੈ, ਲੋਕਾਂ ਦੀ ਹਾਲਤ ਖਰਾਬ ਹੁੰਦੀ ਜਾ ਰਹੀ ਹੈ, ਦੂਜੇ ਪਾਸੇ ਉਹੀ ਮੋਦੀ ਸਰਕਾਰ ਇਹ ਕਹਿੰਦੀ ਹੈ ਵੀ ਕਿਉਂਕਿ ਕਰੋਨਾ ਨੇ ਜਿਹੜੀ ਹੈ ਬਿਜ਼ਨਸ ਦੀ ਲੱਕ ਤੋੜਤਾ, ਇਸ ਕਰਕੇ ਅਸੀਂ ਜਿਹੜੇ ਵੱਡੇ ਵੱਡੇ ਸਰਮਾਏਦਾਰ ਨੇ ਉਹਨਾਂ ਨੂੰ ਕੁਝ ਰਿਆਇਤਾਂ ਦੇਣਾ ਚਾਹੁੰਦੇ ਆ। ਤਾਂ ਸਰਕਾਰ ਨੇ ਜਿਹੜਾ ਸਰਕਾਰ 2 ਤਰ੍ਹਾਂ ਦਾ ਟੈਕਸ ਵਸੂਲਦੀ ਹੈ, ਇੱਕ ਹੁੰਦਾ ਸਿੱਧਾ ਟੈਕਸ, ਇੱਕ ਅਸਿੱਧਾ ਟੈਕਸ। ਸਿੱਧਾ ਟੈਕਸ ਵੱਡੇ ਵੱਡੇ ਕਾਰਪੋਰੇਟਾਂ ਤੇ ਲਾਇਆ ਜਾਂਦਾ, ਉਹਨਾਂ ਦੀ ਆਮਦਨ ਤੋਂ ਵਸੂਲਿਆ ਜਾਂਦਾ ਜਿਹੜਾ ਵੱਧ ਹੋਣਾ ਚਾਹੀਦਾ। ਦੂਸਰਾ ਅਸਿੱਧਾ ਟੈਕਸ ਹੁੰਦਾ ਵੀ ਅਸੀਂ ਮੰਨ ਲਓ 1 ਰੁਪਏ ਦੀ, 2 ਰੁਪਏ ਦੀ, 5 ਰੁਪਏ ਦੀ ਚੀਜ਼ ਖਰੀਦਦੇ ਹਾਂ, ਉਹਦੇ ਉੱਤੇ ਇਨਡਾਇਰੈਕਟ ਟੈਕਸ ਹੈ ਜਿਹੜਾ ਸਰਕਾਰ ਦੀ ਜੇਬ ਦੇ ਵਿੱਚ ਜਾਂਦਾ। ਹੁਣ ਸਰਕਾਰ ਨੇ ਕੀ ਕੀਤਾ? ਸਰਕਾਰ ਨੇ ਕੀਤਾ ਵੀ ਜਿਹੜੀਆਂ ਆਮ ਲੋਕਾਂ ਦੀ ਵਰਤੋਂ ਵਾਲੀਆਂ ਚੀਜ਼ਾਂ ਨੇ ਉਹਨਾਂ ਦੇ ਉੱਤੇ ਟੈਕਸ ਲਗਾਤਾਰ ਵਧਾਇਆ ਪਿਛਲੇ ਸਮਿਆਂ 'ਚ, ਜਿਹੜਾ ਸਿੱਧਾ ਟੈਕਸ ਆ ਉਹ ਘਟਾਇਆ। ਹੁਣੇ ਪਿਛਲੇ 1 ਸਾਲ ਦੇ ਵਿੱਚ ਕਰੋਨਾ ਦਾ ਬੋਲ ਕੇ ਇਹ ਜਿਹੜੇ ਸਿੱਧਾ ਟੈਕਸ ਲੱਗਦਾ ਇਹਦੇ ਵਿੱਚੋਂ 1.5 ਲੱਖ ਕਰੋੜ ਰੁਪਈਆ ਜਿਹੜਾ ਉਹਦੀ ਰਿਆਇਤ ਦਿੱਤੀ ਗਈ ਆ ਵੱਡੀਆਂ ਜਿਹੜੇ ਕਾਰਪੋਰੇਟ ਨੇ, ਕਿਉਂਕਿ ਕਹਿੰਦੇ ਇਹਨਾਂ ਦੇ ਬਿਜ਼ਨਸਾਂ ਨੂੰ ਸੱਟ ਵੱਜੀ ਹੈ। ਹੁਣ ਦੂਜੇ ਪਾਸੇ ਦੇਖੀਏ ਵੀ ਆਮ ਬੰਦੇ ਦੀ ਆਮਦਨ ਤਾਂ ਹੋਰ ਜ਼ਿਆਦਾ ਘਟੀ ਹੈ ਨਾ। ਪਿਛਲੇ ਸਮਿਆਂ ਦੇ ਵਿੱਚ ਨੌਕਰੀਆਂ ਕਿੰਨੀਆਂ ਦੀਆਂ ਗਈਆਂ, ਜਿਨ੍ਹਾਂ ਦੀਆਂ ਨੌਕਰੀਆਂ ਪੱਕੀਆਂ ਸੀ ਕੱਚਿਆਂ ਤੇ ਆਏ ਆ, ਕੱਚਿਆਂ ਵਾਲੇ ਖਤਮ ਹੋ ਚੁੱਕੇ ਨੇ। ਇਹ ਸਰਕਾਰ ਦੇ ਆંકੜੇ ਹੁਣ ਸਰਕਾਰ ਨੇ ਕੱਢਣੇ, ਭਾਵੇਂ ਬੇਰੁਜ਼ਗਾਰੀ ਦੇ ਬੰਦ ਕਰਤੇ, ਪਰ ਉਹ ਸਾਡੇ ਸਾਹਮਣੇ ਨਜ਼ਰ ਆ ਰਿਹਾ। ਤਾਂ ਸਰਕਾਰ ਨੇ ਇਹ ਨਵਾਂ ਤਰੀਕਾ ਅਪਣਾਇਆ ਵੀ ਅਸਿੱਧਾ ਟੈਕਸ ਆ ਜਿਹੜਾ ਉਹਨੂੰ ਵਧਾ ਦਿੱਤਾ ਜਾਵੇ, ਸਿੱਧੇ ਟੈਕਸ ਨੂੰ ਘੱਟ ਕਰਕੇ ਉਹੀ 1.5 ਲੱਖ ਕਰੋੜ ਜਿਹੜਾ ਉਹਨਾਂ ਦਾ ਘਟਾਇਆ। ਕੱਲੇ ਪੈਟਰੋਲ ਦੀਆਂ ਕੀਮਤਾਂ ਪਿਛਲੇ ਸਮੇਂ 'ਚ 1 ਸਾਲ 'ਚ ਵਧਾ ਕੇ 1.5 ਲੱਖ ਕਰੋੜ ਰੁਪਏ ਉੱਧਰ ਵਾਧਾ ਕੀਤਾ ਗਿਆ। ਸਾਲ ਪਹਿਲਾਂ ਪੈਟਰੋਲ ਦੇ ਉੱਤੇ ਟੈਕਸ ਦੀ ਕਮਾਈ ਪੌਣੇ 2 ਲੱਖ ਕਰੋੜ ਸੀ, ਇਸ ਸਾਲ ਉਹ 3.5 ਲੱਖ ਕਰੋੜ ਰੁਪਈਆ, ਮਤਲਬ 88% ਵਧ ਗਈ। ਉਹੀ 1.5 ਲੱਖ ਇੱਧਰੋਂ ਪੂਰਾ ਕੀਤਾ ਤੇ ਹਜੇ ਹੋਰ ਹਰ ਰੋਜ਼ ਵਾਧੀ ਸਾਨੂੰ ਨਜ਼ਰ ਆ ਰਹੀ ਹੈ। ਹੁਣ ਭਾਸ਼ਾ ਦੀ ਜੇਕਰ ਗੱਲ ਕਰੀਏ, CBSE ਵੱਲੋਂ ਇੱਕ ਨਵਾਂ ਫਰਮਾਨ ਜਾਰੀ ਹੋਇਆ ਹੈ,
ਤਕਰੀਬਨ ਸਾਰੀਆਂ ਹੀ ਮਾਤਾਂ ਜਿਹੜੀਆਂ ਲੋਕਲ ਭਾਸ਼ਾ ਮਾਤ ਭਾਸ਼ਾ ਲੋਕਾਂ ਦੀਆਂ ਉਹਨਾਂ ਦੇ ਉੱਪਰ ਇਹਦੇ ਉੱਪਰ ਰਾਜ ਸਰਕਾਰਾਂ ਨਹੀਂ ਬੋਲ ਰਹੀਆਂ, ਬਹੁਤ ਘੱਟ, ਕੋਈ ਹਜੇ ਤੱਕ ਬਿਆਨ ਨਹੀਂ ਆਇਆ, ਕੋਈ ਇਹਦੇ ਤੇ ਸਰਕਾਰ ਨੂੰ ਲਿਖ ਕੇ ਨਹੀਂ ਭੇਜਿਆ ਗਿਆ। ਇਹਨੂੰ ਕਿਵੇਂ ਦੇਖਦੇ ਹੋ ਵੀ ਸਰਕਾਰਾਂ ਵੀ ਸੁਹਿਰਦ ਨਹੀਂ ਹੈ ਜਿਨ੍ਹਾਂ ਨੇ ਇਸ ਚੀਜ਼ ਤੋਂ ਰੋਟੀ ਖਾਂਦੇ, ਕਿਉਂਕਿ ਉਹ ਸ਼ੋਅ ਕਰਦੇ ਆ ਜਦੋਂ ਸਹੁੰ ਚੱਕਦੇ ਆ ਕਿ ਅਸੀਂ ਆਪਣੀ ਮਾਤ ਭਾਸ਼ਾ ਚੱਕ ਰਹੇ ਹਾਂ, MP ਵੀ ਸ਼ੋਅ ਕਰਦੇ ਆ ਲੋਕ ਸਭਾ ਜਾ ਕੇ ਅਸੀਂ ਵੀ ਪੰਜਾਬੀ ਸਹੁੰ ਖਾਧੀ, ਪਰ ਜਦੋਂ ਕੁਝ ਐਸੇ ਫੈਸਲੇ ਹੁੰਦੇ ਫਿਰ ਚੁੱਪ ਕਿਉਂ? ਬਿਲਕੁਲ ਇਹ ਪਾਲਿਸੀ ਹੈ ਨਾ, ਜਿਹੜੀ ਵੀ ਮਰਜ਼ੀ ਸਰਕਾਰ ਹੋਵੇ, ਹੁਣ ਪੰਜਾਬ ਸਰਕਾਰ ਦੀ ਵੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਵੀ ਪੰਜਾਬੀ ਦਾ ਕੀ ਹਾਲ ਹੈ। ਜਦੋਂ ਅਸੀਂ ਪੰਜਾਬੀ ਯੂਨੀਵਰਸਿਟੀ ਦੀ ਗੱਲ ਕੀਤੀ, ਭਾਸ਼ਾ ਦੇ ਆਧਾਰ ਤੇ ਯੂਨੀਵਰਸਿਟੀ ਬਣੀ ਹੈ, ਭਾਸ਼ਾ ਵਿਭਾਗ ਉੱਥੇ ਬਣਿਆ ਹੋਇਆ ਤੇ ਉਹ ਠੱਪ ਪਿਆ ਹਾਲ। ਉੱਥੇ ਕੀ ਹੈ ਹਾਲ, ਵਿਦਿਆਰਥੀ ਪੜ੍ਹ ਨਹੀਂ ਸਕਦੇ, ਖੋਜ ਕਾਰਜ ਕਰਨਾ ਤਾਂ ਬਹੁਤ ਦੂਰ ਦੀ ਗੱਲ। ਉਸ ਯੂਨੀਵਰਸਿਟੀ ਨੂੰ ਬਣਾਇਆ ਹੀ ਇਸ ਕਰਕੇ ਗਏ ਸੀ ਤਾਂ ਕਿ ਮਾਂ ਬੋਲੀ ਨੂੰ ਪ੍ਰਫੁੱਲਿਤ ਕੀਤਾ ਜਾਵੇ, ਤਾਂ ਕਿ ਟਰਾਂਸਲੇਸ਼ਨ ਵਾਲੇ ਜਾਂ ਜਿਹੜੇ ਹੋਰ ਜਿੰਨੇ ਕੰਮ ਨੇ ਉਹ ਸਾਰੇ ਜਿਹੜੇ ਭਾਸ਼ਾ ਦੇ ਵਿੱਚ ਹੋਣੇ ਨੇ ਉਹ ਸਾਰੇ ਕੰਮ ਉੱਥੋਂ ਖੋਜ ਕਾਰਜ ਕੱਢ ਕੇ ਉਹ ਕੀਤੇ ਜਾਣ, ਪਰ ਉਹ ਨਹੀਂ ਹੋਇਆ। ਇੱਥੋਂ ਪਤਾ ਚੱਲਦਾ ਵੀ ਸਾਡੀ ਸਰਕਾਰ ਕਿੰਨੀ ਸੁਹਿਰਦ ਆ। ਦੂਜਾ, ਚਲੋ ਭਾਵੇਂ ਇੱਕ ਬਿਆਨ ਟਵੀਟ ਕਰਕੇ ਚੰਨੀ ਨੇ ਦੇਤਾ ਵੀ ਹਾਂ ਭਾਈ ਅਸੀਂ ਇਹਦੀ ਨਿੰਦਾ ਕਰਦੇ ਹਾਂ ਵੀ ਹਿੰਦੀ ਆ ਜਿਹੜੀ ਉਹਨੂੰ ਮੁੱਖ ਭਾਸ਼ਾ ਦੇ ਵਿੱਚ ਰੱਖਿਆ, ਜਿਹੜੀਆਂ ਗੌਣ ਭਾਸ਼ਾਵਾਂ ਨੇ, ਜਿਹੜੀਆਂ ਦੂਜੇ ਵਿਸ਼ੇ ਨੇ ਉਹਨਾਂ ਦੇ ਵਿੱਚ ਸਾਰੇ ਖੇਤਰੀ ਭਾਸ਼ਾਵਾਂ ਨੂੰ ਪਾਇਆ ਗਿਆ। ਪਰ ਇੱਕ ਉਸ ਤਰ੍ਹਾਂ ਦੀ ਆਪਣੇ ਵੱਲੋਂ ਜਿਵੇਂ ਆਪਾਂ ਕਹਿ ਦਈਏ ਵੀ ਜਿਸ ਪੱਧਰ ਤੇ ਤੁਸੀਂ ਖੜੇ ਹੋ, ਜਿੰਨੀ ਪੋਜੀਸ਼ਨ ਦੇ ਨਾਲ ਤੁਸੀਂ ਖੜੇ ਹੋ, ਤਾਂ ਤੁਸੀਂ ਇੱਕ ਲੜਾਈ ਵਿੱਢ ਸਕਦੇ ਸੀ ਕੇਂਦਰ ਦੇ ਖਿਲਾਫ। ਸਰਕਾਰ ਕਰ ਸਕਦੀ ਸੀ, ਆਪਣੇ ਉਦਮ ਲੈ ਕੇ ਆਪਣੇ ਵੱਲੋਂ ਇਹ ਚੀਜ਼ਾਂ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ ਸੀ, ਚੈਲੰਜ ਕੀਤਾ ਜਾ ਸਕਦਾ ਸੀ ਇਹੋ ਜਿਹੇ ਫੈਸਲਿਆਂ ਨੂੰ, ਪਰ ਉਹ ਸਿਰਫ ਇੱਕ ਬਿਆਨਾਂ ਤੱਕ ਚੀਜ਼ਾਂ ਸਿਮਟ ਜਾਂਦੀਆਂ ਨੇ। ਤੇ ਕੇਂਦਰ ਦੀ ਸਰਕਾਰ ਨੂੰ ਤਾਂ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਹਿੰਦੀ ਦਿਵਸ ਉੱਤੇ ਉਹਨਾਂ ਨੇ ਸ਼ਰੇਆਮ ਇਹ ਗੱਲ ਆਖੀ ਸੀ ਵੀ ਹਿੰਦੀ ਭਾਸ਼ਾ ਜਿਹੜੀ ਉਹ ਪੂਰੇ ਦੇਸ਼ 'ਚ ਲਾਗੂ ਕਰਾਂਗੇ। ਕੇਂਦਰ ਸਰਕਾਰ ਦਾ ਇੱਕ ਏਜੰਡਾ ਹੈ ਨਾ ਵੀ ਉਹ ਹਿੰਦੀ ਹਿੰਦੁਸਤਾਨ ਦਾ ਨਾਅਰਾ ਦਿੰਦੇ ਨੇ, ਤੇ ਜਦੋਂ ਉਹ ਇੱਕ ਪੂਰੇ ਦੇਸ਼ ਨੂੰ ਇੱਕ ਰੱਸੇ ਦੇ ਵਿੱਚ ਪਰੋਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਅੜਿੱਕਾ ਇਹੀ ਬਣਦੀਆਂ ਨੇ ਜਿਹੜੀਆਂ ਕੌਮਾਂ ਅੱਡ ਪਛਾਣ ਲਈ ਬੈਠੀਆਂ ਨੇ। ਕਿਤੇ ਕੋਈ ਬੰਗਾਲੀ ਹੈ, ਕਿਤੇ ਗੁਜਰਾਤੀ ਹੈ, ਕਿਤੇ ਕੋਈ ਇਹ ਹੈ, ਕੋਈ ਸਾਊਥ ਦੇ ਵਿੱਚ ਬੈਠੇ ਨੇ, ਸਾਰੀਆਂ ਅੱਡ ਭਾਸ਼ਾਵਾਂ, ਅੱਡ ਪਛਾਣਾਂ, ਅੱਡ ਕਲਚਰ ਨੇ, ਲੋਕਾਂ ਦੇ ਸੱਭਿਆਚਾਰ ਨੇ, ਤਾਂ ਉਹਨਾਂ ਨੂੰ ਇਕੱਠੇ ਕਰਨਾ ਬਹੁਤ ਔਖਾ। ਉਹ ਉਦੋਂ ਤੱਕ ਇਕੱਠੇ ਨਹੀਂ ਹੋ ਸਕਦੇ ਜਦੋਂ ਤੱਕ ਕੋਈ ਇੱਕ ਇਹੋ ਜਿਹੀ ਚੀਜ਼ ਨਹੀਂ ਮਿਲਦੀ ਜਿਹੜੀ ਉਹਨਾਂ ਨੂੰ ਇਕੱਠਾ ਕਰੇ। ਤਾਂ ਉਹਨਾਂ ਨੇ ਇੱਕ ਦੇਸ਼, ਇੱਕ ਧਰਮ, ਇੱਕ ਭਾਸ਼ਾ ਦਾ ਨਾਅਰਾ ਦਿੱਤਾ ਸੀ, ਇਹ ਹਿੰਦੀ ਹਿੰਦੁਸਤਾਨ ਦਾ ਨਾਅਰਾ। ਉਹ ਉਸੇ ਵਿੱਚੋਂ ਨਿਕਲਦਾ ਵੀ ਸਰਕਾਰ ਦਾ ਅਗਲਾ ਕਦਮ ਇਹ ਆ। ਉਹਨਾਂ ਨੇ 3 ਸਾਲ ਪਹਿਲਾਂ ਇਹ ਗੱਲ ਬੋਲੀ ਸੀਗੀ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਵਿੱਚ ਆ ਕੇ। ਉਹਨਾਂ ਦਾ ਹੁਕਮ ਚੰਦ ਰਾਜਪਾਲ ਬੰਦਾ, ਉਹ ਆ ਕੇ ਬੋਲ ਕੇ ਗਿਆ ਵੀ ਆਖੇ ਪੰਜਾਬੀ ਗਵਾਰਾਂ ਦੀ ਭਾਸ਼ਾ ਵਾ, ਹਿੰਦੀ ਹੀ ਸੱਭਿਅਕ ਲੋਕਾਂ ਦੀ ਭਾਸ਼ਾ। ਤਾਂ ਹੁਣ ਉਹਨੂੰ ਪੂਰਾ ਕਰਨ ਦੇ ਲਈ, ਉਹਨੂੰ ਇੱਕ ਸਿੱਧਾ ਰੂਪ ਦੇਣ ਦੇ ਲਈ ਉਹਨਾਂ ਨੇ ਜਾਣ ਬੁੱਝ ਕੇ ਸਕੂਲਾਂ ਦੇ ਵਿੱਚੋਂ, ਸਿਲੇਬਸਾਂ ਦੇ ਵਿੱਚੋਂ, CBSE ਦੇ ਵਿੱਚੋਂ ਖਤਮ ਕੀਤੀ, ਕਿਉਂਕਿ ਜਦੋਂ ਵਿਦਿਆਰਥੀ ਨੂੰ ਪਤਾ ਵੀ ਮੇਰੇ 10ਵੀਂ ਤੇ 12ਵੀਂ 'ਚ ਨੰਬਰ ਹੀ ਨਹੀਂ ਜੁੜਨੇ ਪੰਜਾਬੀ ਨੇ, ਤਾਂ ਵਿਦਿਆਰਥੀ ਉਹ ਪੰਜਾਬੀ ਤੇ ਧਿਆਨ ਨਹੀਂ ਦਊਗਾ, ਉਹ ਪੜੂਗਾ ਨਹੀਂ। ਅੱਗੇ ਵੀ ਇਹੀ ਕੁਛ ਹੋ ਰਿਹਾ। ਸਾਡੇ ਆਈਲੈਟ ਸੈਂਟਰ ਖੁੱਲ ਰਹੇ ਨੇ, ਸਾਡੀਆਂ ਸਰਕਾਰਾਂ ਆਪ ਇੰਗਲਿਸ਼ ਵੱਲ ਵਧਾਵਾ ਦੇ ਰਹੀਆਂ ਨੇ, ਤਾਂ ਬੱਚੇ ਪਹਿਲਾਂ ਅੰਗਰੇਜ਼ੀ ਵੱਲ ਨੂੰ ਵੱਧ ਹੋ ਰਹੇ ਨੇ। ਇਸ ਕਰਕੇ ਹੁਣ ਪੰਜਾਬੀ ਨੂੰ ਛੱਡ ਕੇ ਹਿੰਦੀ ਨੂੰ, ਜਾਂ ਪੰਜਾਬੀ ਦਾ ਕਹੀਏ ਸਾਰੀਆਂ ਖੇਤਰੀ ਭਾਸ਼ਾਵਾਂ ਨੂੰ ਛੱਡ ਕੇ ਹਿੰਦੀ ਨੂੰ ਵਧਾਉਣਾ ਵੀ ਉਸੇ ਤਰ੍ਹਾਂ ਇੱਕ ਕਦਮ ਹੈ, ਇੱਕ ਅਸਿੱਧਾ ਤਰੀਕਾ ਹੈ ਲੋਕਾਂ ਦੀਆਂ ਮਾਂ ਬੋਲੀਆਂ ਨੂੰ ਉਹਨਾਂ ਦੇ ਹੀ ਹੱਥੋਂ ਖੋਹ ਲੈਣ ਦਾ। ਮਾਂ ਬੋਲੀਆਂ ਦੀ ਗੱਲ ਜਿਵੇਂ ਤੁਸੀਂ ਗੱਲ ਕੀਤੀ ਕਿ ਹਿੰਦੀ ਹਿੰਦੁਸਤਾਨ, ਇਹ ਆਮ ਹੀ ਏਜੰਡਾ ਚੱਲ ਰਿਹਾ ਹੈ ਕੇਂਦਰ ਸਰਕਾਰ ਦਾ। ਇੱਕ ਰਾਸ਼ਟਰ, ਇੱਕ ਭਾਸ਼ਾ, ਇੱਕ ਮੰਡੀ, ਹਰ ਇੱਕ ਚੀਜ਼ ਨੂੰ ਇੱਕ ਤਬਕਾ, ਇੱਕ ਧਰਮ। ਇਹ ਇਸ ਕੀ ਕਾਮਯਾਬ ਹੋ ਪਾਉਣਗੇ? ਕਿਉਂਕਿ ਭਾਸ਼ਾ ਕਿਸੇ ਤੋਂ ਵੀ ਖੋਈ ਜਾਣੀ ਇੰਨੀ ਆਸਾਨ ਹੈ ਕਿ ਲੋਕਾਂ ਦੀ ਭਾਸ਼ਾ ਖੋਈ ਜਾ ਸਕੇ ਤੇ ਲੋਕ ਉਹ ਭਾਸ਼ਾ ਨੂੰ ਭੁੱਲ ਜਾਣਗੇ। ਦੇਖੋ ਇਹਨਾਂ ਦਾ ਜਿਹੜਾ ਇਹ ਏਜੰਡਾ ਹੈ ਨਾ, ਜਿੰਨੇ ਧੱਕੇ ਦੇ ਨਾਲ, ਧੜੱਲੇ ਦੇ ਨਾਲ ਇਹ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਆਪਾਂ ਦੇਖਿਆ ਵੀ ਓਨਾ ਹੀ ਵਿਰੋਧ ਲੋਕਾਂ ਵਿੱਚੋਂ ਨਿਕਲ ਕੇ ਆ ਰਿਹਾ। ਜਿੱਥੇ ਤੁਸੀਂ ਮਰਜ਼ੀ ਦੇਖ ਲਓ, ਆਹ ਖੇਤੀ ਕਾਨੂੰਨ ਨੇ, ਇਹਨਾਂ ਦੇ ਵਿੱਚ ਵੀ ਤਾਂ ਇਹੀ ਸੀ ਵੀ ਇਹ ਜਦੋਂ ਸੂਬਿਆਂ ਦਾ ਸਬਜੈਕਟ ਆ, ਜਦੋਂ ਕੇਂਦਰ ਸਰਕਾਰ ਇਹਦੇ ਉੱਤੇ ਕਾਨੂੰਨ ਬਣਾ ਹੀ ਨਹੀਂ ਸਕਦੀ, ਕੇਂਦਰ ਨੇ ਬਣਾਏ ਤਾਂ ਫਿਰ ਉਹਦਾ ਵਿਰੋਧ ਲਾਜ਼ਮੀ ਹੋਇਆ। ਉਹ ਬਣਾਏ ਵੀ ਗਲਤ ਨੇ, ਦੂਜਾ ਬਣਾਏ ਇਹ ਕੇਂਦਰਾਂ ਦੇ ਹੱਕਾਂ ਉੱਤੇ ਡਾਕਾ ਮਾਰ ਕੇ। ਇਸੇ ਤਰ੍ਹਾਂ ਜਦੋਂ ਕੇਂਦਰ ਸਰਕਾਰ ਕਿਤੇ ਵੀ ਜਾਊਗੀ, ਕਿਤੇ ਵੀ ਆਪਣਾ ਇਹ ਏਜੰਡਾ ਲਾਗੂ ਕਰਨ ਦੀ ਇਹ ਕੋਸ਼ਿਸ਼ ਕਰਨਗੇ ਤਾਂ ਉਹਦਾ ਵਿਰੋਧ ਨਿਕਲੂਗਾ। ਇਸੇ ਤਰ੍ਹਾਂ ਅੱਡ-ਅੱਡ ਕੌਮੀਅਤਾਂ, ਅੱਡ-ਅੱਡ ਲੋਕਾਂ ਵੱਲੋਂ ਇਹਦਾ ਵਿਰੋਧ ਕੀਤਾ ਜਾਊਗਾ। ਇਹ ਅਸੀਂ ਦੇਖਦੇ ਹਾਂ ਵੀ ਸਾਡੇ ਨਾਲੋਂ ਉੱਤਰ ਭਾਰਤ ਦੇ ਨਾਲੋਂ ਦੱਖਣ ਭਾਰਤ ਵਾਲੇ ਸੂਬੇ ਜਿਹੜੇ ਨੇ ਉਹ ਵੱਧ ਸੁਚੇਤ ਨੇ। ਹੁਣ ਤਮਿਲਾਂ ਦੇ ਵਿੱਚ ਜਾ ਕੇ ਤੁਸੀਂ ਦੇਖੋ ਤਾਂ ਹਿੰਦੀ ਵੀ ਨਹੀਂ ਬੋਲੀ ਜਾਂਦੀ ਹੈਗੀ। ਤੁਸੀਂ ਕਿਵੇਂ ਸੋਚ ਲਓਗੇ ਵੀ ਉੱਥੇ ਸਾਊਥ ਇੰਡੀਆ ਦੇ ਵਿੱਚ ਜਾ ਕੇ, ਦੱਖਣ ਭਾਰਤ ਦੇ ਵਿੱਚ ਜਾ ਕੇ ਤੁਸੀਂ ਹਿੰਦੀ ਨੂੰ ਲਾਗੂ ਕਰਾ ਲਓਗੇ? ਇੱਥੇ ਫਿਰ ਵੀ ਤੁਸੀਂ ਬਹੁਤ ਲੰਬੇ ਸਮੇਂ ਤੋਂ ਕਿਉਂਕਿ ਕੋਸ਼ਿਸ਼ਾਂ ਕਰਦੇ ਆ ਰਹੇ ਹੋ ਲਗਾਤਾਰ, ਤੇ ਇੱਥੇ ਤੁਹਾਨੂੰ ਲੱਗਦਾ ਹੈ ਵੀ ਸ਼ਾਇਦ ਕਾਮਯਾਬੀ ਮਿਲ ਜੂਗੀ, ਪਰ ਮੈਨੂੰ ਲੱਗਦਾ ਵੀ ਉਸ ਤਰ੍ਹਾਂ ਨਾਲ ਹੁਣ ਲੋਕਾਂ ਦੇ ਅੰਦਰ ਇੱਕ ਚੇਤਨਾ ਜ਼ਰੂਰ ਆਈ ਹੈ ਵੀ ਨਹੀਂ, ਮਾਂ ਬੋਲੀ ਦਾ ਇੱਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਕਿੱਡਾ ਵੱਡਾ ਅਹਿਮ ਰੋਲ ਹੁੰਦਾ ਹੈ। ਮਾਂ ਬੋਲੀ ਕਿੰਨੀ ਪਿਆਰੀ ਹੈ, ਤੇ ਮਾਂ ਬੋਲੀ ਤੋਂ ਬਿਨਾਂ ਬੰਦਾ ਜਿਹੜਾ ਉਹ ਅਪਾਹਜ, ਇੱਕ ਅਪੰਗ, ਬੌਧਿਕ ਤੌਰ ਤੇ ਇੱਕ ਅਪਾਹਜ ਬੱਚਾ ਵਧੂਗਾ, ਉਹਦੀ ਗਰੋਥ ਨਹੀਂ ਹੋਊਗੀ। ਇਸੇ ਤਰ੍ਹਾਂ ਆਪਾਂ ਇਹੀ ਗੱਲ ਕਹਿੰਦੇ ਹਾਂ ਵੀ ਕੇਂਦਰ ਸਰਕਾਰ ਭਾਵੇਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੇ ਆਪਦੀ ਇੱਕ ਦੇ ਰਾਗ ਨੂੰ ਅਲਾਪ ਕੇ, ਪਰ ਲੋਕਾਂ ਵਿੱਚੋਂ ਵਿਰੋਧ ਜ਼ਰੂਰ ਉਦੋਂ ਉੱਠ ਰਿਹਾ। ਇਸ ਕਰਕੇ ਲੋਕ ਹੀ ਅੱਡ-ਅੱਡ ਕੌਮੀਅਤਾਂ ਵਸਦੀਆਂ ਨੇ ਨਾ, ਉਹਨਾਂ ਦੀਆਂ ਪਛਾਣਾਂ ਖਤਮ ਕਰਕੇ ਤਾਂ ਤੁਸੀਂ ਇੱਕ ਕਦੇ ਨਹੀਂ ਰਲਾ ਸਕਦੇ। ਇਹ ਜਿੰਨੀਆਂ ਮਰਜ਼ੀ ਪੁਲਿਸ, ਫੌਜ, ਡੰਡਾ ਜੋ ਮਰਜ਼ੀ ਚਲਾ ਲੈਣ, ਪਰ
ਆਖਰਕਾਰ ਇਨਸਾਨ ਨੇ ਜਿਨ੍ਹਾਂ ਨੇ ਸੋਚਣਾ, ਜਿਨ੍ਹਾਂ ਨੇ ਬੋਲਣਾ, ਉਹ ਇਨਸਾਨਾਂ ਨੇ ਵਿਰੋਧ ਕਰਨਾ ਹੀ ਜ਼ਰੂਰ ਹੈ ਇਸ ਗੱਲ ਦਾ। ਯਾਨੀ ਇੱਕ ਗੱਲ ਤੇ ਜੇ ਸਰਕਾਰਾਂ ਤਾਂ ਕੁਛ ਨਾ ਕੁਛ ਮਾਪੇ ਜਾਂ ਉਹ ਲੋਕ ਵੀ ਜ਼ਿੰਮੇਵਾਰ ਜਿਹੜੇ 10-10 ਲੱਖ ਰੁਪਇਆ ਦੇ ਕਹਿੰਦੇ ਵੀ ਸਾਡੇ ਬੱਚੇ ਨੂੰ ਪੰਜਾਬੀ ਨਹੀਂ ਆਉਣੀ ਚਾਹੀਦੀ, ਸਾਡਾ ਬੱਚਾ ਨਾ ਪੰਜਾਬੀ ਬੋਲ ਜੇ ਘਰ ਜਾ ਕੇ, ਜੇ ਬੋਲ ਗਿਆ ਤਾਂ ਅਸੀਂ ਸਕੂਲੋਂ ਹਟਾ ਲਾਂਗੇ। ਬਿਲਕੁਲ ਇਹ ਕਿਉਂ ਆ ਰਹੀ ਆ ਸਾਡੇ ਮਾਪਿਆਂ ਦੇ, ਸਾਡੇ ਘਰਦਿਆਂ ਦੇ ਮਨਾਂ ਦੇ ਵਿੱਚ ਇਹ ਮਾਨਸਿਕਤਾ ਕਿਉਂ ਪਾਈ ਗਈ? ਜਦੋਂ ਇਹ ਪਤਾ ਵੀ ਤੁਸੀਂ ਪੰਜਾਬੀ ਦੀ ਵੀ MA ਕਰਨੀ ਹੈ, ਪੰਜਾਬੀ 'ਚ PhD ਵੀ ਕਰ ਲਓਗੇ ਤਾਂ ਪਹਿਲੀ ਗੱਲ ਨੌਕਰੀਆਂ ਹੈ ਨਹੀਂ, ਦੂਸਰੀ ਗੱਲ ਜੇ ਨੌਕਰੀ ਹੈ ਵੀ ਤਾਂ ਤੁਹਾਨੂੰ ਮਤਲਬ ਲਗਾਤਾਰ ਤੁਹਾਨੂੰ ਇਹੀ ਬੋਲਿਆ ਜਾ ਰਿਹਾ ਵੀ ਤੁਸੀਂ ਆਪਣੀ ਮਾਂ ਬੋਲੀ ਨੂੰ ਛੱਡੋ, ਇਹਦੇ ਵਿੱਚ ਤੁਹਾਨੂੰ ਕੋਈ ਨੌਕਰੀਆਂ ਨਹੀਂ, ਕੁਛ ਨਹੀਂ ਤੁਹਾਡੇ ਹੱਥੇ ਪੱਲੇ ਪੈਣਾ, ਤੁਸੀਂ ਕੋਈ ਹੋਰ ਭਾਸ਼ਾ, ਵਿਦੇਸ਼ੀ ਭਾਸ਼ਾ ਸਿੱਖੋਗੇ, ਖਾਸ ਤੌਰ ਤੇ ਅੰਗਰੇਜ਼ੀ। ਆਈਲੈਟ ਸੈਂਟਰਾਂ ਦੇ ਵਿੱਚ ਜਾਓਗੇ ਤਾਂ ਬਾਹਰਲੇ ਮੁਲਕਾਂ ਦੇ ਵਿੱਚ ਭਾਵੇਂ ਜਾ ਕੇ ਤੁਸੀਂ ਦਿਹਾੜੀਆਂ ਹੀ ਕਰ ਲਓ, ਪਰ ਤੁਸੀਂ ਇੱਕ ਵਾਰ ਇੱਥੋਂ ਇਸ ਨਿਜ਼ਾਮ ਦੇ ਵਿੱਚੋਂ ਨਿਕਲ ਜਾਓਗੇ। ਤਾਂ ਇਹਦੇ ਵਿੱਚ ਸਭ ਤੋਂ ਵੱਡੀ ਨਾਕਾਮਯਾਬੀ ਸਾਡੀਆਂ ਸਰਕਾਰਾਂ ਦੀ ਹੈ। ਜੇ ਸਾਡੀਆਂ ਸਰਕਾਰਾਂ ਸਾਡੀ ਮਾਂ ਬੋਲੀ ਦੇ ਵਿੱਚ ਸਾਨੂੰ ਰੁਜ਼ਗਾਰ ਦੇਣ, ਤੁਸੀਂ ਪੰਜਾਬੀ ਦੇ ਮਾਸਟਰ ਵੀ ਲੱਗਣਾ ਨਾ, ਤੁਸੀਂ ਪੰਜਾਬੀ ਦੇ ਵਿੱਚ ਵੀ MA ਕਰਨੀ ਆ, ਤੁਹਾਨੂੰ ਅੰਗਰੇਜ਼ੀ ਜ਼ਰੂਰੀ ਹੈ, ਕੰਪਲਸਰੀ ਸਬਜੈਕਟ ਬਣਦਾ BA ਦੇ ਵਿੱਚ। ਤੇ ਉਹ ਬਹੁਤ ਸਾਰੇ ਬੱਚੇ ਇਹੋ ਜਿਹੇ ਨੇ ਜਿਹੜੇ 10ਵੀਂ 12ਵੀਂ ਜਾਂ BA ਦੇ ਵਿੱਚ ਜਿਨ੍ਹਾਂ ਦੇ ਬ੍ਰੇਕ ਸਿਰਫ ਇਸ ਕਰਕੇ ਲੱਗਦੇ ਨੇ ਕਿਉਂਕਿ ਉਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਹੁੰਦੀ। ਇਸ ਕਰਕੇ ਜੇ ਕੋਈ ਇਹ ਅੰਗਰੇਜ਼ੀ ਕੋਈ ਬੌਧਿਕਤਾ ਦਾ ਸਬੂਤ ਤਾਂ ਨਹੀਂ ਹੈ, ਕੋਈ ਬਹੁਤੀ ਚੰਗੀ ਭਾਸ਼ਾ ਤਾਂ ਨਹੀਂ ਅਸੀਂ ਮੰਨਦੇ। ਆਮ ਮੰਨਿਆ ਜਾਂਦਾ ਹੈ ਵੀ ਜਿਹੜਾ ਬੰਦਾ ਅੰਗਰੇਜ਼ੀ ਬੋਲਦਾ ਵੀ ਉਹ ਬੁੱਧੀਜੀਵੀ ਤੇ ਪੜ੍ਹਿਆ ਲਿਖਿਆ, ਇਹ ਵੀ ਇੱਕ ਧਾਰਨਾ ਬਣੀ ਪਈ ਹੈ। ਇਹ ਸਾਡੇ ਦਿਮਾਗਾਂ 'ਚ ਗੁਲਾਮ ਮਾਨਸਿਕਤਾ ਪਈ ਹੋਈ ਹੈ। ਇਹ ਸ਼ਾਇਦ ਸਾਡੇ ਅੰਗਰੇਜ਼ ਰਹੇ ਨੇ ਕਿਉਂਕਿ ਇੰਨੇ 200 ਸਾਲ ਉਹਨਾਂ ਨੇ ਰਾਜ ਕੀਤਾ, ਤੇ ਇਸ ਕਰਕੇ ਉਹ ਇੱਕ ਮਾਨਸਿਕਤਾ ਹਜੇ ਵੀ ਸਾਡੇ ਦਿਮਾਗਾਂ ਦੇ ਵਿੱਚ ਪਈ ਹੈ। ਸਗੋਂ ਅਗਰ ਤੁਸੀਂ ਜੇ ਜਾਓਗੇ ਬਾਹਰਲੇ ਮੁਲਕਾਂ ਦੇ ਵਿੱਚ ਚਲੇ ਜਾਓਗੇ ਤਾਂ ਅੰਗਰੇਜ਼ ਦੇ ਵਿੱਚ ਤਾਂ ਉੱਥੇ ਇੰਗਲੈਂਡ ਦੇ ਵਿੱਚ ਜਿਹੜੇ ਅੰਗਰੇਜ਼ੀ ਬੋਲਣ ਵਾਲੇ ਮੁਲਕ ਨੇ, ਉੱਥੇ ਤਾਂ ਸਭ ਤੋਂ ਗਰੀਬ ਸੜਕ ਤੇ ਬੈਠਾ ਬੰਦਾ ਵੀ ਅੰਗਰੇਜ਼ੀ ਬੋਲਦਾ ਹੁੰਦਾ, ਵੱਡੇ ਤੋਂ ਵੱਡਾ ਬੰਦਾ ਵੀ, ਕਿਉਂਕਿ ਉਹਨਾਂ ਦੀ ਮਾਂ ਬੋਲੀ ਹੈ। ਸਾਡੇ ਅਸੀਂ ਮਾਂ ਬੋਲੀ ਨੂੰ ਇੰਨੇ ਮਾਣ ਨਾਲ ਕਿਉਂ ਨਹੀਂ ਬੋਲਦੇ ਹੈਗੇ? ਸਾਨੂੰ ਆਪਣੀ ਮਾਂ ਬੋਲੀ ਬੋਲਣ ਲੱਗੇ ਸ਼ਰਮ ਕਿਉਂ ਆਉਂਦੀ ਹੈ? ਇਹ ਹੈਗੀਆਂ ਨੇ ਸਮੱਸਿਆਵਾਂ, ਤੇ ਇਹਦੇ ਵਿੱਚ ਆਪਾਂ ਮੰਨਦੇ ਹਾਂ ਵੀ ਮਾਂ ਪਿਓ ਦਾ ਵੀ ਰੋਲ ਹੈ, ਇੱਕ ਵੱਡਾ ਰੋਲ ਹੈ। ਵੀ ਸਾਨੂੰ ਦੇਖੋ, ਕੋਈ ਵੀ ਅੱਜ ਜਿਹੜੇ ਮਾਂ ਪਿਓ 10-10 20-20 ਲੱਖ ਰੁਪਇਆ ਲਾ ਰਹੇ ਨੇ ਆਪਦੇ ਬੱਚਿਆਂ ਦੇ, ਜਿਹੜੇ ਉਹਨਾਂ ਨੂੰ ਚਾਹੁੰਦੇ ਨੇ ਵੀ ਕਨਵੈਂਟ 'ਚ ਪੜ੍ਹਨ, ਅੰਗਰੇਜ਼ੀ ਮਾਧਿਅਮ 'ਚ ਪੜ੍ਹਨ, ਉਹਨਾਂ ਨੂੰ ਇੱਕ ਗੱਲ ਕਵਾਂਗੇ ਵੀ ਤੁਸੀਂ ਆਪਣੇ ਬੱਚੇ ਨੂੰ ਸ਼ੁੱਧ ਅੰਗਰੇਜ਼ੀ ਦੇ ਵਿੱਚ ਬੋਲੋ, ਇੱਕ ਸ਼ਬਦ, ਇੱਕ ਪੂਰੇ ਵਾਕ ਬੋਲੋ, ਇੱਕ ਪੂਰਾ ਉਹਨੂੰ ਹਿੰਦੀ ਦੇ ਵਿੱਚ ਤੇ ਉਹਨੂੰ ਪੂਰਾ ਪੰਜਾਬੀ ਦੇ ਵਿੱਚ ਬੋਲਣ ਦੇ, ਉਹਨੂੰ ਕਹੋ ਕਿ ਪੂਰਾ ਇੱਕ ਸ਼ੁੱਧ ਭਾਸ਼ਾ ਦੇ ਵਿੱਚ ਬੋਲਦੇ। ਉਹਨੂੰ ਨਹੀਂ ਆਉਂਦਾ। ਕਨਵੈਂਟੀਆਂ 'ਚ ਪੜ੍ਹੇ ਹੋਏ ਜਵਾਕਾਂ ਦਾ ਮੁੱਖ ਆਮ ਹਾਲ ਇਹ ਹੈ ਵੀ ਉਹ ਕੁਛ ਕੁ ਸ਼ਬਦ ਅੰਗਰੇਜ਼ੀ ਬੋਲਣਗੇ, ਕੁਛ ਕੁ ਹਿੰਦੀ, ਕੁਛ ਕੁ ਅੰਗਰੇਜ਼ੀ ਜ਼ਰੂਰ ਬੋਲਣਗੇ। ਮਤਲਬ ਅੰਗਰੇਜ਼ੀ ਵੀ ਸਾਰੀ ਅੰਗਰੇਜ਼ੀ ਨਹੀਂ, ਅੰਗਰੇਜ਼ੀ ਦੇ ਵਿੱਚ ਵੀ ਜਾਂ ਹਿੰਦੀ ਤੇ ਪੰਜਾਬੀ ਆ ਜਾਣਗੇ, ਕਿਉਂਕਿ ਜਦੋਂ ਤੁਹਾਡੀਆਂ ਜੜ੍ਹਾਂ ਹੀ ਨਹੀਂ ਲੱਗੀਆਂ, ਤੁਹਾਡੀ ਮਾਂ ਬੋਲੀ ਦਾ ਹੀ ਨਹੀਂ ਤੁਹਾਨੂੰ ਗਿਆਨ ਹੋਇਆ, ਤਾਂ ਤੁਸੀਂ ਦੂਜੀਆਂ ਭਾਸ਼ਾਵਾਂ ਉਦੋਂ ਤੱਕ ਨਹੀਂ ਸਿੱਖ ਸਕਦੇ। ਇਹ ਸੰਭਵ ਹੀ ਨਹੀਂ ਹੈ। ਤੇ ਇਸ ਗੱਲ ਨੂੰ ਭਾਸ਼ਾ ਵਿਗਿਆਨੀ, ਪੂਰੀ ਦੁਨੀਆ ਭਰ ਦੇ ਭਾਸ਼ਾ ਵਿਗਿਆਨੀ ਇਸ ਗੱਲ ਨੂੰ ਆਖ ਚੁੱਕੇ ਨੇ ਵੀ ਜੇ ਕਿਸੇ ਬੰਦੇ ਦਾ ਚੰਗਾ ਵਿਕਾਸ ਹੋ ਸਕਦਾ, ਇੱਕ ਬੱਚੇ ਦਾ, ਤਾਂ ਉਹ ਸਿਰਫ ਉਹਦੀ ਮਾਂ ਬੋਲੀ ਦੇ ਵਿੱਚ ਹੀ ਹੋ ਸਕਦਾ ਹੈ। ਉਹ ਅਸੀਂ ਇਹ ਨਹੀਂ ਕਹਿੰਦੇ ਵੀ ਦੂਜੀਆਂ ਬੋਲੀਆਂ ਨਾ ਸਿੱਖੋ, ਸਿੱਖਣੀਆਂ ਚਾਹੀਦੀਆਂ ਬੰਦੇ ਨੂੰ। 2-3 ਕਿਉਂ, ਅਸੀਂ ਕਹਿੰਦੇ 10-20 ਬੋਲੀਆਂ ਸਿੱਖ ਸਕਦਾ, ਤੇ ਸਿੱਖੋ ਵੀ। ਬਹੁਤ ਚੰਗੀਆਂ ਭਾਸ਼ਾਵਾਂ ਨੇ, ਸਾਰੀਆਂ ਹੀ ਚੰਗੀਆਂ ਨੇ, ਪਰ ਆਪਦੀ ਮਾਂ ਬੋਲੀ ਨੂੰ ਤਾਂ ਘੱਟੋ ਘੱਟ ਉਹਦਾ ਦਰਜੇ ਤੇ ਰਹਿਣ ਦਿਓ, ਉਹਨੂੰ ਤਾਂ ਪਹਿਲਾ ਦਰਜਾ ਦੇਣਾ ਹੀ ਚਾਹੀਦਾ ਹੈ। ਇਹਦੇ ਲਈ ਕਾਰਨ ਜੇ ਇਹ ਵੀ ਹੈ ਕਿ ਜਿਵੇਂ ਹੁਣ ਅਸੀਂ ਗਾਣੇ, ਅੱਜ ਕੱਲ੍ਹ ਨੌਜਵਾਨ ਗਾਣਿਆਂ 'ਤੇ ਬੜਾ ਡਿਪੈਂਡ ਹੈ, ਉਹਨਾਂ ਦੇ ਵਿੱਚ ਵੀ ਲਫ਼ਜ਼ ਹੈ ਜਿਹੜੇ, ਮਤਲਬ ਗਾਣਾ ਪੰਜਾਬੀ ਹੈ, ਗਾਇਕ ਪੰਜਾਬੀ ਵੱਜਦਾ, ਪਰ ਗਾਣਿਆਂ ਦੇ ਵਿੱਚ ਵੀ ਲਫ਼ਜ਼ ਅਸੀਂ ਵੇਖਦੇ ਹਾਂ ਕਿ ਅੰਗਰੇਜ਼ੀ ਦੇ ਇੰਨੇ ਜ਼ਿਆਦਾ ਹੁੰਦੇ ਆ ਕਿ ਪੰਜਾਬੀ ਦੇ ਲਫ਼ਜ਼ ਤਾਂ ਪਤਾ ਹੀ ਨਹੀਂ ਲੱਗਦੇ, ਤੇ ਉਹ ਵੀ ਸਾਡੇ ਜ਼ਿਹਨ ਦੇ ਵਿੱਚ ਵੜਦੇ। ਬਿਲਕੁਲ, ਉਹ ਇੱਕ ਕ੍ਰੇਜ਼ ਜਿਹਾ ਹੀ ਬਣ ਗਿਆ ਸਾਰੇ ਕਿਤੇ ਨਾ। ਭਾਸ਼ਾ ਦੀ ਸ਼ੁੱਧਤਾ ਤਾਂ ਰਹੀ ਬਹੁਤ ਘੱਟ ਹੈ। ਬਹੁਤ ਘੱਟ ਲੋਕ ਨੇ ਜਿਹੜੇ ਤੁਹਾਨੂੰ ਪੂਰਾ ਪੰਜਾਬੀ ਦੇ ਵਿੱਚ ਬੋਲਦੇ ਨਜ਼ਰ ਆਉਣਗੇ, ਪੜ੍ਹਦੇ ਨਜ਼ਰ ਆਉਣਗੇ, ਕਿਉਂਕਿ ਸਾਡੇ ਪੜ੍ਹਨ ਦਾ ਵੀ ਬਹੁਤ ਘੱਟ ਰਿਵਾਜ਼ ਹੈ, ਬਹੁਤ ਘੱਟ ਸੱਭਿਆਚਾਰ ਦਿੱਤਾ ਜਾਂਦਾ ਬੱਚਿਆਂ ਨੂੰ, ਕਿਤਾਬਾਂ ਫੜਾਈਆਂ ਜਾਂਦੀਆਂ ਨੇ, ਘਰਾਂ 'ਚ ਲਾਇਬ੍ਰੇਰੀਆਂ ਨਹੀਂ ਹੁੰਦੀਆਂ। ਦੂਸਰਾ ਗੱਲ, ਗਾਣਿਆਂ ਦੇ ਰਾਹੀਂ ਵੀ, ਗਾਣਿਆਂ ਦੇ ਵਿੱਚ ਵੀ ਅੰਗਰੇਜ਼ੀ ਦੇ ਸ਼ਬਦ ਜਿਹੜੇ ਨੇ ਬਹੁਤਾਤ ਦੇ ਵਿੱਚ ਆਉਂਦੇ ਨੇ। ਮੈਨੂੰ ਲੱਗਦਾ ਵੀ ਇਹ ਪੂਰੇ ਜਦੋਂ ਆਪਾਂ ਦੇਖੀਏ ਨਾ ਨਿਗਾਰ, ਤਾਂ ਉਹ ਆਏ ਹੈ ਵੀ ਸਮਾਜ ਦੇ ਵਿੱਚੋਂ ਹੀ ਗਾਣੇ ਨਿਕਲ ਕੇ ਜਾਂਦੇ ਨੇ। ਕੋਈ ਬੰਦਾ ਉੱਥੇ ਬੈਠਾ ਕਿਤੇ ਹੋਰ ਤਾਂ ਬੈਠ ਕੇ ਲਿਖ ਨਹੀਂ ਰਿਹਾ ਹੁੰਦਾ ਗਾਣਾ, ਉਹ ਜਿੱਥੇ ਰਹਿੰਦਾ, ਜਿਹੜੀਆਂ ਥਾਵਾਂ 'ਤੇ ਰਹਿੰਦਾ, ਉੱਥੇ ਹੀ ਗਾਣੇ ਦੇਖਦਾ। ਜਦੋਂ ਹੁਣ ਇੱਥੇ ਪਿੰਡਾਂ ਦੇ ਵਿੱਚ ਵੀ ਔਰਤਾਂ ਇਹ ਕਹਿਣ ਜਾਣ ਵੀ ਅਸੀਂ ਸ਼ਾਪਿੰਗ ਕਰਨ ਚੱਲੇ ਹਾਂ, ਜਾਂ ਅਸੀਂ ਸਟੋਰ 'ਤੇ ਚੱਲੇ ਹਾਂ, ਜਾਂ ਕੋਈ ਹੋਰ ਅੰਗਰੇਜ਼ੀ ਦੇ ਸ਼ਬਦ ਹੈ ਨਾ ਵੀ ਕੋਈ ਵੀ ਬੋਲਣ ਲੱਗ ਜਾਣ ਆਮ ਬੋਲਚਾਲ ਦੇ ਵਿੱਚ, ਤਾਂ ਫਿਰ ਉੱਥੇ ਫਿਰ ਬੱਚੇ ਬੈਟ ਲੈ ਕੇ ਆਓ, ਬਾਲ ਲੈ ਕੇ ਆਓ, ਮੈਂ ਕੁਛ ਵੀ ਹੈ ਨਾ। ਜਦੋਂ ਤੁਸੀਂ ਆਮ ਬੋਲਚਾਲ ਦੇ ਵਿੱਚ ਵੀ ਅੰਗਰੇਜ਼ੀ ਦੇ ਇੰਨੇ ਸ਼ਬਦਾਂ ਦੀ ਵਰਤੋਂ ਕਰਨ ਲੱਗ ਜਾਓ, ਜਿਵੇਂ ਸ਼ਬਦ ਨਹੀਂ ਬੋਲਦੇ, ਆਮ ਤੌਰ 'ਤੇ ਵਰਡਸ ਬੋਲਦੇ ਨੇ, ਹੈ ਨਾ, ਬਹੁਤ ਸੋਲੋ ਆਪਣੇ ਆਮ, ਇਹ ਤਾਂ ਕਿਸੇ ਨੂੰ ਵੀ ਸੁਚੇਤਨ ਮਨ ਦੇ ਵਿੱਚ ਵੀ ਹੈ ਨਹੀਂ ਚੀਜ਼ਾਂ, ਹੈ ਨਾ। ਤਾਂ ਇਹੋ ਜਿਹੀਆਂ ਚੀਜ਼ਾਂ ਜਦੋਂ ਭਾਸ਼ਾ ਦੇ ਵਿੱਚ ਨਿਗਾਰ ਆਉਂਦਾ ਤਾਂ ਫਿਰ ਬਹੁਤ ਪੱਧਰ ਤੱਕ ਆਉਂਦਾ, ਅਤੇ ਉਹ ਸਾਰੇ ਕਿਤੇ ਹੀ ਨਜ਼ਰ ਆਊਗਾ। ਉਹ ਗਾਣਿਆਂ 'ਚ ਵੀ ਨਜ਼ਰ ਆਉਂਦਾ, ਉਹ ਸਾਡੀ ਲੇਖਣੀ ਦੇ ਵਿੱਚ ਵੀ ਨਜ਼ਰ ਆਉਂਦਾ, ਉਹ ਸਾਡੇ ਬੋਲਣੇ ਦੇ ਵਿੱਚ ਵੀ ਨਜ਼ਰ ਆਉਂਦਾ। ਉਹ ਕੁਛ ਵੀ ਕਰਦੇ ਆ, ਕੁਛ ਵੀ ਕਿਤੇ ਵੀ ਖੜੇ ਹੁੰਦੇ ਆਪਾਂ, ਤਾਂ ਉਹ ਸਾਰੀਆਂ ਚੀਜ਼ਾਂ ਨਿਗਾਰ ਦੀਆਂ ਜਿਹੜੀਆਂ ਉਹ ਨਜ਼ਰ ਆਉਂਦੀਆਂ ਹੀ ਨਹੀਂ ਹਰ ਥਾਂ ਦੇ ਉੱਤੇ। ਬਹੁਤ ਬਹੁਤ ਧੰਨਵਾਦ ਭੈਣ ਜੀ। ਤਾਂ ਗੱਲਬਾਤ ਕੀਤੀ ਅਮਨ ਜੀ ਨਾਲ, ਉਹਨਾਂ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਧਰਨਾ
ਧਰਨਾ ਚੱਲ ਰਿਹਾ ਪੰਜਾਬੀ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ। ਪੰਜਾਬੀ ਯੂਨੀਵਰਸਿਟੀ ਨੂੰ ਬਚਾਉਣਾ ਇਸ ਲਈ ਜ਼ਰੂਰੀ ਹੈ ਕਿਉਂਕਿ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਦੁਨੀਆ ਦੇ ਵਿੱਚ ਸਿਰਫ 2 ਹੀ ਯੂਨੀਵਰਸਿਟੀਆਂ ਜਿਹੜੀਆਂ ਭਾਸ਼ਾ ਦੇ ਆਧਾਰ ਤੇ ਹੈ। ਪੰਜਾਬੀ ਯੂਨੀਵਰਸਿਟੀ ਖਤਮ ਹੁੰਦੀ ਹੈ ਜਾਂ ਪੰਜਾਬੀ ਯੂਨੀਵਰਸਿਟੀ ਦਾ ਨਿੱਜੀਕਰਨ ਹੁੰਦਾ ਜਾਂ ਪੰਜਾਬੀ ਯੂਨੀਵਰਸਿਟੀ ਕੇਂਦਰ ਦੇ ਹੱਥਾਂ ਵਿੱਚ ਜਾਂਦੀ ਹੈ ਤਾਂ ਇਹਦੇ ਨਾਲ ਪੰਜਾਬੀ ਮਾਂ ਬੋਲੀ ਨੂੰ ਵੀ ਬਹੁਤ ਵੱਡੀ ਸੱਟ ਵੱਜੇਗੀ, ਪੰਜਾਬ ਦੇ ਨੌਜਵਾਨਾਂ ਨੂੰ ਵੀ ਬਹੁਤ ਵੱਡੀ ਸੱਟ ਵੱਜੇਗੀ। ਇਹਨੂੰ ਵੀ ਬਚਾਉਣਾ ਜ਼ਰੂਰੀ ਹੈ ਤੇ ਸਾਡੀ ਭਾਸ਼ਾ ਨੂੰ ਬਚਾਉਣਾ ਜ਼ਰੂਰੀ ਹੈ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ। ਕੈਮਰਾ ਪਰਸਨ ਹਿਮਤਾਜ ਢੱਲਾ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕ ਵਾਈ।